ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਪਰਮ ਸਨਮਾਨਿਓ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਸਿੱਖ ਤੇ ਸਿੱਖਣੀ ਮਾਲਵੇ ਦੇ ਰਹਿਣ ਵਾਲੇ ਸਨ। ਉਹਨਾਂ ਦਾ ਇੱਕੋ ਇੱਕ ਪੁੱਤਰ ਸੀ ਜਿਸ ਦਾ ਨਾਮ ਸੀ ਨੰਦ ਸਿੰਘ। ਹੌਲੀ ਹੌਲੀ ਨੰਦ ਸਿੰਘ ਜਵਾਨ ਹੋ ਗਿਆ ਤੇ ਜਵਾਨ ਹੋ ਕੇ ਬੜਾ ਸੁੰਦਰ ਪੁਰਸ਼ ਬਣ ਕੇ ਨਿਕਲਿਆ। ਉਸ ਦੀ ਦੇਹ ਅਰੋਗ ਸੀ। ਜਿਹੜਾ ਉਸ ਦੀ ਸੁੰਦਰਤਾ ਤੇ ਜਵਾਨੀ ਨੂੰ ਦੇਖਦਾ ਉਹ ਹੀ ਉਸ 'ਤੇ ਮੋਹਿਤ ਹੋ ਜਾਂਦਾ। ਮਾਂ-ਬਾਪ ਦੀ ਇੱਛਾ ਹੋਈ ਕਿ ਉਹ ਨੰਦ ਸਿੰਘ ਦੀ ਸ਼ਾਦੀ ਕਰ ਦੇਣ। ਜਦੋਂ ਨੰਦ ਸਿੰਘ ਨੂੰ ਪਤਾ ਲੱਗਾ ਕਿ ਮੇਰੇ ਮਾਂ-ਪਿਓ ਮੇਰੀ ਸ਼ਾਦੀ ਕਰਨਾ ਚਾਹੁੰਦੇ ਹਨ ਤਾਂ ਉਸਨੇ ਆਪਣੇ ਮਾਂ-ਬਾਪ ਨੂੰ ਸਾਫ਼ ਕਹਿ ਦਿੱਤਾ ਕਿ ਉਹ ਸ਼ਾਦੀ ਨਹੀਂ ਕਰਾਵੇਗਾ। ਉਸਨੇ ਕੁਆਰੇ ਰਹਿਣ ਦਾ ਫੈਸਲਾ ਕੀਤਾ ਹੈ। ਜਵਾਨ ਪੁੱਤਰ ਦੀ ਜ਼ੁਬਾਨੋਂ ਇਹ ਸੁਣ ਕੇ ਮਾਂ-ਪਿਓ ਦਾ ਲਹੂ ਠੰਡਾ ਹੋ ਗਿਆ। ਉਹ ਘਬਰਾ ਗਏ ਤੇ ਸੋਚਣ ਲੱਗੇ ਕਿ ਉਹ ਕੀ ਸੋਚਦੇ ਹਨ ਤੇ ਹੋ ਕੀ ਗਿਆ। ਉਹਨਾਂ ਨੇ ਪੁੱਤਰ ਨੂੰ ਬਹੁਤ ਸਮਝਾਇਆ, ਪਰ ਉਹ ਇੱਕੋ ਗੱਲ ਆਖੀ ਗਿਆ, ਗ੍ਰਸਤ ਮਾਰਗ ਵਿੱਚੋਂ ਕੀ ਲੈਣਾ ਹੈ। ਕੋਈ ਲੋੜ ਨਹੀਂ ਵਿਆਹ ਕਰਾਉਣ ਦੀ, ਬਸ ਵਾਹਿਗੁਰੂ ਦਾ ਸਿਮਰਨ ਤੇ ਗੁਰੂ ਘਰ ਦੀ ਸੇਵਾ ਕਰ ਛੱਡਾਂਗੇ। ਇਸਤਰੀ, ਦੌਲਤ, ਘਰ ਘਾਟ ਸਭ ਕੁਝ ਮਾਇਆ ਹੈ। ਇਹ ਦੁੱਖਾਂ ਦਾ ਘਰ ਹੈ ਤੇ ਨਾਸਵੰਤ ਹੈ। ਗੁਰੂ ਘਰ ਦੇ ਪ੍ਰੇਮੀ ਤੇ ਸਿੱਖ ਉਸ ਸਮੇਂ ਸਭ ਤੋਂ ਵੱਡਾ ਅਫਸਰ ਤੇ ਮੁਖੀਆ ਸਤਿਗੁਰੂ ਸੱਚੇ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਹੀ ਸਮਝਦੇ ਸਨ। ਕੋਈ ਔਕੜ ਆ ਬਣੇ, ਕੋਈ ਬਾਹਰ ਜਾਂ ਘਰੇਲੂ ਝਗੜਾ ਹੋ ਜਾਵੇ, ਬਸ ਮੁਕੱਦਮਾ ਸਤਿਗੁਰੂ ਜੀ ਦੇ ਹਜ਼ੂਰ ਪੇਸ਼ ਹੁੰਦਾ ਸੀ। ਘਰੋਂ ਤੁਰ ਕੇ ਗੁਰੂ ਜੀ ਦੇ ਹਜ਼ੂਰ ਪੁੱਜ ਕੇ ਬੇਨਤੀ ਕੀਤੀ ਜਾਂਦੀ ਸੀ। ਗੱਭਰੂ ਨੰਦ ਸਿੰਘ ਜੀ ਦੇ ਮਾਂ-ਪਿਓ ਨੇ ਵੀ ਇਸ ਮਾਮਲੇ ਵਿੱਚ ਸਤਿਗੁਰੂ ਜੀ ਦੀ ਓਟ ਲੈਣੀ ਮੁਨਾਸਿਬ ਸਮਝੀ। ਉਹਨਾਂ ਨੇ ਨੰਦ ਸਿੰਘ ਨੂੰ ਨਾਲ ਲਿਆ ਤੇ ਸਤਿਗੁਰੂ ਜੀ ਵੱਲ ਸ਼੍ਰੀ ਅਨੰਦਪੁਰ ਸਾਹਿਬ ਚਾਲੇ ਪਾ ਦਿੱਤੇ। 4 ਮੰਜ਼ਲਾਂ ਵਿੱਚ ਰਸਤਾ ਮੁਕਾ ਕੇ ਦਾਤੇ ਦੇ ਦਰਬਾਰ ਪੁੱਜ ਗਏ। ਦਾਤੇ ਦਾ ਦਰਬਾਰ ਅੱਗੇ ਹੀ ਲੱਗਾ ਹੋਇਆ ਸੀ। ਦਰਬਾਰ ਦੇ ਵਿੱਚ ਗੁਰਮੁਖ ਪਿਆਰੇ ਸਨ ਅਤੇ ਹਰ ਇੱਕ ਦੇ ਬੁੱਲ੍ਹਾਂ ਤੋਂ ਸਤਨਾਮ ਵਾਹਿਗੁਰੂ ਦਾ ਸ਼ਬਦ ਉਚਾਰਨ ਹੋ ਰਿਹਾ ਸੀ। ਦੁਖੀਏ ਆਉਂਦੇ ਤੇ ਅਰਜ਼ਾਂ ਕਰਦੇ ਹੋਏ ਤੁਰਦੇ ਜਾਂਦੇ ਸਨ। ਸਤਿਗੁਰੂ ਜੀ ਹਰ ਇੱਕ ਦੀਆਂ ਮਨੋਕਾਮਨਾਵਾਂ ਪੂਰੀਆਂ ਕਰ ਰਹੇ ਸਨ। ਭਾਈ ਨੰਦ ਸਿੰਘ ਦੇ ਮਾਂ-ਪਿਓ ਨੇ ਵੀ ਸਤਿਗੁਰੂ ਜੀ ਦੇ ਹਜ਼ੂਰ ਆ ਕੇ ਮੱਥਾ ਟੇਕਿਆ। ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹੋ ਦਇਆ ਕਰੋ, ਮਿਹਰ ਕਰੋ, ਅਸਾਂ ਦੀ ਬੇਨਤੀ ਸੁਣੋ ਤੇ ਸਾਡੇ ਡੁੱਬ ਰਹੇ ਬੇੜੇ ਨੂੰ ਪਾਰ ਲਾਵੋ। ਸਤਿਗੁਰ ਨੇ ਫਰਮਾਇਆ, ਗੁਰਮੁਖੋ ਕੀ ਤੰਗੀ ਹੈ ਤੁਸਾਂ ਨੂੰ। ਨੰਦ ਸਿੰਘ ਦੇ ਮਾਂ-ਪਿਓ ਨੇ ਕਿਹਾ, ਸਾਡਾ ਇੱਕੋ ਇੱਕ ਪੁੱਤਰ ਨੰਦ ਸਿੰਘ ਹੈ ਜੋ ਅਸਾਂ ਦੇ ਲਾਗੇ ਬੈਠਾ ਹੈ। ਇਹੋ ਸਾਡੀਆਂ ਆਂਦਰਾਂ ਦਾ ਟੁਕੜਾ ਹੈ, ਜੀਵਨ ਆਸਰਾ ਹੈ। ਸਾਨੂੰ ਇਸ 'ਤੇ ਅਨੇਕਾਂ ਆਸਾਂ ਹਨ ਤੇ ਸੁਖਣਾ ਸੁੱਖ ਕੇ ਅਸੀਂ ਪਾਲਿਆ ਹੈ। ਰਾਤਾਂ ਝਾਕੀਆਂ, ਠੰਡਾ ਤੱਤਾਂ ਦਾ ਮੁਕਾਬਲਾ ਕੀਤਾ, ਕਿਉਂਕਿ ਪੁੱਤਰ ਜਗਤ ਵਿੱਚ ਨਿਸ਼ਾਨੀ ਤੇ ਕਲਿਆਣ ਦਾ ਸਾਧਨ ਹੁੰਦੇ ਹਨ। ਜਿਸ ਘਰ ਪੁੱਤਰ ਨਹੀਂ ਉਹ ਘਰ ਸੁੰਨਾ ਹੈ। ਹੁਣ ਅਸਾਂ ਨੂੰ ਇਸ ਨੂੰ ਵਿਆਹੁਣ ਦਾ ਯਤਨ ਕੀਤਾ ਤਾਂ ਇਸ ਨੇ ਸਾਫ਼ ਜਵਾਬ ਦੇ ਦਿੱਤਾ ਕਿ ਇਹ ਵਿਆਹ ਨਹੀਂ ਕਰਾਏਗਾ। ਸਾਨੂੰ ਬਹੁਤ ਦੁੱਖ ਹੈ। ਅਸੀਂ ਚਾਹੁੰਦੇ ਹਾਂ ਕਿ ਇਸ ਦਾ ਵਿਆਹ ਹੋ ਜਾਏ, ਸਾਡੇ ਘਰ ਨੂੰਹ ਆਵੇ ਤੇ ਸਾਡੀਆਂ ਰੀਝਾਂ ਪੂਰੀਆਂ ਹੋਣ। ਇਸ ਉੱਤੇ ਕਿਰਪਾ ਕਰੋ, ਇਹ ਮੰਨ ਜਾਵੇ ਤੇ ਵਿਆਹ ਕਰ ਲਵੇ। ਸਵਰਗੀ ਜੀਓੜਿਆਂ ਦੀ ਬੇਨਤੀ ਨੂੰ ਸੁਣ ਕੇ ਸਤਿਗੁਰੂ ਜੀ ਨੇ ਨੰਦ ਸਿੰਘ ਨੂੰ ਪੁੱਛਿਆ, ਕਿਉਂ ਭਾਈ ਨੰਦ ਸਿੰਘ, ਤੂੰ ਵਿਆਹ ਕਿਉਂ ਨਹੀਂ ਕਰਾਉਂਦਾ? ਤੈਨੂੰ ਗ੍ਰਸਤ ਤੋਂ ਇੰਨੀ ਘਿਰਣਾ ਕਿਉਂ ਹੈ? ਇਹ ਤਿਆਗ ਤੂੰ ਕਿੱਥੋਂ ਸਿੱਖਿਆ ਹੈ? ਭਾਈ ਨੰਦ ਸਿੰਘ ਨੇ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ, ਹੇ ਪ੍ਰਭੂ, ਚਿੱਤ ਨਹੀਂ ਆਉਂਦਾ ਵਿਆਹ ਕਰਾਂ, ਕਿਉਂਕਿ ਗੁਰਬਾਣੀ ਵਿੱਚ ਆਉਂਦਾ ਹੈ, ਇਹੋ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀਂ ਤੇਰਾ ਨਾਲੇ, ਜੋ ਕਿ ਸ਼੍ਰੀ ਆਨੰਦ ਸਾਹਿਬ ਵਿੱਚ ਆਉਂਦਾ ਹੈ। ਐਸੇ ਬਚਨਾਂ ਦਾ ਮੇਰੇ ਉੱਤੇ ਅਸਰ ਹੋ ਗਿਆ ਹੈ।
ਮੈਂ ਅਤੀਤ ਸਾਧੂ ਬਣਨਾ ਚਾਹੁੰਦਾ ਹਾਂ, ਸੰਤ ਹੋ ਕੇ ਕਲਿਆਣ ਦਾ ਸਾਧਨ ਕਰਾਂ। ਰਾਹ ਦਿਨੇ ਮੇਰਾ ਚਿੱਤ ਵਾਹਿਗੁਰੂ ਦੇ ਚਰਨਾਂ ਨਾਲ ਜੁੜਿਆ ਰਹੇ। ਨੰਦ ਸਿੰਘ ਦੇ ਮਨ ਦੇ ਭਰਮ ਦੂਰ ਕਰਨ ਵਾਸਤੇ ਅਤੇ ਹੋਰ ਸਿੱਖ ਸੰਗਤ ਨੂੰ ਉਪਦੇਸ਼ ਕਰਨ ਦੇ ਵਿਚਾਰ ਨਾਲ ਸਤਿਗੁਰੂ ਜੀ ਨੇ ਇਉਂ ਕਥਾ ਸੁਣਾਉਣੀ ਆਰੰਭ ਕੀਤੀ। ਇੱਕ ਪਿੰਡ ਦੇ ਬਾਹਰ ਇੱਕ ਸੰਤ ਰਹਿੰਦਾ ਸੀ। ਉਹ ਵਾਹਿਗੁਰੂ ਦੇ ਸਿਮਰਨ ਵਿੱਚ ਬਿਰਤੀ ਜੋੜੀ ਰੱਖਦਾ ਸੀ। ਉਹ ਇੱਕ ਬੋਹੜ ਦੇ ਦਰਖਤ ਹੇਠਾਂ ਬੈਠਾ ਸੀ। ਉਸਨੇ ਨਾ ਕੋਈ ਕੋਠਾ ਪਾਇਆ ਸੀ ਤੇ ਨਾ ਕੋਈ ਡੇਰਾ। ਲੀੜੇ ਕੱਪੜੇ ਦੀ ਪਰਵਾਹ ਨਹੀਂ ਸੀ ਕਰਦਾ। ਜੇ ਭੋਜਨ ਆਉਂਦਾ ਤਾਂ ਛਕ ਛੱਡਦਾ ਸੀ, ਜੇ ਨਹੀਂ ਆਉਂਦਾ ਤੇ ਭੁੱਖਾ ਹੀ ਰਹਿੰਦਾ। ਪਰ ਉਹਦੇ ਚਿੱਤ ਨਾ ਆਉਂਦਾ ਕਿ ਉਹ ਭੁੱਖਾ ਹੈ। ਅਡੋਲ ਬੈਠਾ ਹੋਇਆ ਵਾਹਿਗੁਰੂ ਦਾ ਸਿਮਰਨ ਕਰਦਾ ਰਹਿੰਦਾ। ਉਹ ਭੋਜਨ ਵਾਸਤੇ ਭਿੱਖਿਆ ਮੰਗਣ ਕਿਸੇ ਪਿੰਡ ਜਾਂ ਕਸਬੇ ਵਿੱਚ ਨਹੀਂ ਸੀ ਜਾਂਦਾ, ਸਗੋਂ ਬੜੀ ਪ੍ਰਸੰਨਤਾ ਨਾਲ ਵਾਹਿਗੁਰੂ ਤੇ ਭਰੋਸਾ ਰੱਖ ਕੇ ਬੈਠਾ ਰਹਿੰਦਾ। ਕੋਈ ਨਾ ਕੋਈ ਨਰ ਨਾਰੀ ਉਸ ਉੱਤੇ ਤਰਸ ਕਰਕੇ ਕਦੀ ਕਦਾਈ ਉਸ ਨੂੰ ਭੋਜਨ ਛਕਾ ਜਾਂਦਾ। ਇੱਕ ਵਾਰੀ ਐਸਾ ਸਬਬ ਬਣਿਆ ਕਿ 7 ਦਿਨ ਬੀਤ ਗਏ, ਕਿਸੇ ਨੇ ਉਸ ਨੂੰ ਭੋਜਨ ਨਾ ਛਕਾਇਆ। ਉਹ ਭੁੱਖਾ ਹੀ ਰਿਹਾ। ਸਰੋਵਰ ਵਿੱਚੋਂ ਜਲ ਪੀ ਛੱਡਦਾ ਤੇ ਪ੍ਰਸੰਨ ਚਿੱਤ ਭਜਨ ਕਰੀ ਜਾਂਦਾ। ਉਸ ਦਾ ਸਿਦਕ ਵੇਖ ਕੇ ਵਿਸ਼ਨੂੰ ਜੀ ਬਹੁਤ ਹੈਰਾਨ ਹੋਏ। ਵਿਸ਼ਨੂੰ ਜੀ ਨੇ ਆਪਣੇ ਸੇਵਕਾਂ ਨੂੰ ਸੱਦਿਆ ਤੇ ਕਿਹਾ, ਜਾਓ ਲੀਲਾਪੁਰ ਨਗਰ ਨੂੰ ਸਾੜ ਕੇ ਸਵਾਹ ਕਰ ਦਿਓ। ਉੱਥੋਂ ਦੇ ਵਸਨੀਕ ਜਿਉਣ ਦੇ ਕਾਬਲ ਨਹੀਂ ਹਨ। ਉਹਨਾਂ ਨੇ ਭਗਵਾਨ ਭਗਤ ਨੂੰ ਭੋਜਨ ਨਹੀਂ ਕਰਾਇਆ, ਕਠੋਰ ਚਿੱਤ ਹਨ। ਉਹ ਪੁਰਸ਼ ਜੋ ਸਾਧੂ ਸੰਤ ਤੇ ਭਗਤ ਜਨ ਦੀ ਸੇਵਾ ਨਹੀਂ ਕਰਦੇ, ਐਸੇ ਪੁਰਸ਼ਾਂ ਦਾ ਜਿਉਣਾ ਜਗਤ 'ਤੇ ਚੰਗਾ ਨਹੀਂ ਹੈ। ਉਹਨਾਂ ਨੂੰ ਨਰਕ ਦੀ ਅਗਨੀ ਵਿੱਚ ਸਾੜਨਾ ਚਾਹੀਦਾ ਹੈ। ਜਾਓ ਛੇਤੀ ਕਰੋ। ਵਿਸ਼ਨੂੰ ਜੀ ਦਾ ਹੁਕਮ ਮੰਨ ਕੇ ਦੂਤ ਤੁਰ ਪਏ। ਮਨੁੱਖ ਰੂਪ ਧਾਰ ਕੇ ਉਹਨਾਂ ਨੇ ਮਸ਼ਾਲਾਂ ਹੱਥ ਵਿੱਚ ਲਈਆਂ ਤੇ ਉਸ ਨਗਰ ਨੂੰ ਸਾੜਨ ਵੱਲ ਚੱਲ ਪਏ। ਜਦੋਂ ਉਹ ਸਰੋਵਰ ਦੇ ਲਾਗਿਓਂ ਦੀ ਲੰਘਣ ਲੱਗੇ ਤਾਂ ਸਾਧੂ ਦੀ ਨਿਗਾਹ ਪੈ ਗਈ। ਸਾਧੂ ਨੂੰ ਗਿਆਨ ਹੋ ਗਿਆ ਕਿ ਇਹ ਨਗਰ ਲੀਲਾਪੁਰ ਨੂੰ ਸਾੜਨ ਚੱਲੇ ਹਨ। ਇਹਨਾਂ ਦੀ ਨੀਅਤ ਚੰਗੀ ਨਹੀਂ ਹੈ। ਸਾਧੂ ਆਪਣੇ ਆਸਣ ਤੋਂ ਉੱਠਿਆ ਤੇ ਉਹਨਾਂ ਨੂੰ ਅੱਗੋਂ ਰੋਕ ਕੇ ਆਖਣ ਲੱਗਾ, ਇਹ ਮਸ਼ਾਲ ਮੈਨੂੰ ਦਿਓ। ਉਹਨਾਂ ਨੇ ਮਸ਼ਾਲ ਸੰਤਾਂ ਨੂੰ ਫੜਾ ਦਿੱਤੀ ਤੇ ਜਦੋਂ ਮਸ਼ਾਲ ਫੜ ਲਈ ਤਾਂ ਸਾਧੂ ਨੇ ਪੁੱਛਿਆ, ਕਿੱਧਰ ਚੱਲੇ ਹੋ? ਉਹਨਾਂ ਨੇ ਕਿਹਾ, ਸਾਨੂੰ ਵਿਸ਼ਨੂੰ ਜੀ ਨੇ ਭੇਜਿਆ ਹੈ ਕਿ ਲੀਲਾਪੁਰ ਨੂੰ ਸਾੜ ਕੇ ਸਵਾਹ ਕਰ ਦਿਓ, ਕਿਉਂਕਿ ਇੱਥੇ ਦੇ ਵਾਸੀਆਂ ਨੇ ਤੁਹਾਨੂੰ ਭੋਜਨ ਨਹੀਂ ਛਕਾਇਆ। ਇਹ ਬਹੁਤ ਪਾਪੀ ਲੋਕ ਹਨ। ਆਪ ਤਾਂ ਪੇਟ ਭਰ ਕੇ ਖਾ ਕੇ ਸੁੱਤੇ ਰਹਿੰਦੇ ਹਨ ਤੇ ਮੌਜਾਂ ਕਰਦੇ ਹਨ, ਪਰ ਤੁਹਾਡੀ ਬਾਤ ਨਹੀਂ ਪੁੱਛਦੇ। ਤੇ ਤੁਸੀਂ ਭਗਵਾਨ ਦੇ ਭਗਤ ਹੋ ਤੇ ਰਾਤ ਦਿਨ ਭਗਤੀ ਕਰਦੇ ਰਹਿੰਦੇ ਹੋ। ਭਗਵਾਨ ਵਿਸ਼ਨੂੰ ਜੀ ਬਹੁਤ ਨਾਰਾਜ਼ ਹੋਏ ਹਨ। ਉਹਨਾਂ ਦੀ ਕ੍ਰੋਧ ਅਗਨੀ ਪ੍ਰਚੰਡ ਹੈ। ਉਹ ਨਗਰ ਨੂੰ ਸਾੜਿਆ ਹੋਇਆ ਦੇਖਣ ਤੋਂ ਬਿਨਾਂ ਚੈਨ ਨਹੀਂ ਲੈ ਸਕਣਗੇ। ਸਾਧੂ ਗੁੱਸੇ ਨਾਲ ਬੋਲਿਆ, ਪਿੰਡ ਨੂੰ ਨਾ ਸਾੜੋ, ਪਿੱਛੇ ਮੁੜ ਜਾਓ। ਜੇ ਪਿੰਡ ਨੂੰ ਸਾੜੋਗੇ ਤਾਂ ਤੁਹਾਨੂੰ ਸਾੜ ਕੇ ਸਵਾਹ ਕਰ ਦਿਆਂਗਾ। ਬਸ ਇੱਥੋਂ ਭੱਜ ਜਾਓ। ਕਿਉਂ? ਅਸੀਂ ਕਿਉਂ ਭੱਜੀਏ? ਅਸੀਂ ਤਾਂ ਤੁਹਾਡੀ ਸਹਾਇਤਾ ਕਰਨ ਆਏ ਹਾਂ। ਤੁਸੀਂ ਸਗੋਂ ਅਸਾਂ ਨੂੰ ਡਾਂਟਦੇ ਹੋ, ਵਿਸ਼ਨੂੰ ਜੀ ਦੇ ਦੂਤਾਂ ਨੇ ਕਿਹਾ। ਸਾਧੂ ਨੇ ਕਿਹਾ, ਇਸ ਵਾਸਤੇ ਕਿ ਜਿਸ ਨੇ ਤੁਹਾਨੂੰ ਭੇਜਿਆ ਹੈ ਉਹ ਸਾਰਿਆਂ ਨੂੰ ਰੋਜ਼ੀ ਦਿੰਦਾ ਹੈ। ਇਹ ਕੰਮ ਉਸਦਾ ਸੀ ਕਿ ਉਹ ਭਗਵਾਨ ਬਣ ਕੇ ਆਪਣੀ ਸ਼ਕਤੀ ਨਾਲ ਨਗਰ ਵਾਸੀਆਂ ਨੂੰ ਪ੍ਰੇਰਦਾ ਕਿ ਉਹ ਮੇਰੀ ਸਹਾਇਤਾ ਕਰਦੇ, ਮੈਨੂੰ ਰੋਜ਼ੀ ਪਹੁੰਚਾਉਂਦੇ। ਦੋਸ਼ ਭਗਵਾਨ ਦਾ ਹੋਵੇ ਤੇ ਦੰਡ ਨਗਰ ਵਾਸੀਆਂ ਨੂੰ, ਇਹ ਕਿਉਂ? ਜਾਓ ਭਗਵਾਨ ਨੂੰ ਕਹੋ ਕਿ ਜੇ 7 ਦਿਨ ਰੋਟੀ ਨਹੀਂ ਪਹੁੰਚਾਈ ਤਾਂ ਭਗਵਾਨ ਨੇ ਨਹੀਂ ਪਹੁੰਚਾਈ। ਇਸ ਵਾਸਤੇ ਮੈਂ ਪ੍ਰਸੰਨ ਚਿੱਤ ਭਗਵਾਨ ਨੂੰ ਚੇਤੇ ਕਰਦਾ ਰਿਹਾ ਹਾਂ, ਉਸ ਦੀ ਪੂਜਾ ਕਰਦਾ ਰਿਹਾ ਹਾਂ। ਮੈਨੂੰ ਤਾਂ ਭੁੱਖ ਦਾ ਪਤਾ ਹੀ ਨਹੀਂ ਲੱਗਿਆ। ਸਾਧੂ ਦਾ ਇਹ ਸ਼ੁਭ ਵਿਚਾਰ ਸੀ। ਇਸ ਦਾ ਭਾਵ ਇਹ ਹੈ ਕਿ ਤੁਹਾਨੂੰ ਸਹਾਇਤਾ ਤੇ ਅੰਨ ਦੀ ਲੋੜ ਨਹੀਂ ਹੈ। ਦੂਤਾਂ ਨੇ ਪੁੱਛਿਆ। ਸਾਧੂ ਨੇ ਕਿਹਾ, ਬਿਲਕੁਲ ਨਹੀਂ। ਜਾਓ ਭਗਵਾਨ ਨੂੰ ਜਾ ਕੇ ਆਖੋ ਕਿ ਉਸ ਦੀ ਰੋਜ਼ੀ ਦਾ ਫਿਕਰ ਜੇ ਕਰਨਾ ਹੈ ਤਾਂ ਆਪ ਕਰੋ। ਦੋਸ਼ ਕਿਸੇ ਨੂੰ ਨਾ ਦਿਓ, ਕਿਉਂਕਿ ਤੂੰ ਹੀ ਸਭ ਕੁਝ ਹੈ। ਉਹ ਕਰਤਾ ਹਰਤਾ ਤੇ ਰੋਜ਼ੀ ਬਖਸ਼ਣ ਵਾਲਾ ਹੈ। ਜੇ ਮੇਰੀ ਕਿਸਮਤ ਇਸੇ ਤਰ੍ਹਾਂ ਲਿਖੀ ਹੈ ਤਾਂ ਉਹ ਐਵੇਂ ਨਗਰ ਵਾਸੀਆਂ ਨੂੰ ਦੋਸ਼ੀ ਠਹਿਰਾਈ ਜਾ ਰਿਹਾ ਹੈ। ਵਿਸ਼ਨੂੰ ਭਗਵਾਨ ਦੇ ਸੇਵਕ ਮੁੜ ਗਏ।
ਉਹਨਾਂ ਨੇ ਜਾ ਕੇ ਵਿਸ਼ਨੂੰ ਜੀ ਨੂੰ ਸਾਰੀ ਗੱਲਬਾਤ ਦੱਸ ਦਿੱਤੀ। ਸਾਧ ਦਾ ਸੰਤੋਖ ਦੇਖ ਕੇ ਵਿਸ਼ਨੂੰ ਜੀ ਬਹੁਤ ਪ੍ਰਸੰਨ ਹੋਏ। ਉਹਨਾਂ ਨੇ ਰਿੱਧੀਆਂ ਸਿੱਧੀਆਂ ਨੂੰ ਭੇਜਿਆ ਕਿ ਉਹ ਮਹਾਤਮਾ ਦੀ ਸੇਵਾ ਕਰਨ, ਪਰ ਸਾਧੂ ਨੇ ਸਾਰਿਆਂ ਨੂੰ ਮੋੜ ਦਿੱਤਾ। ਉਸਨੇ ਸੁੱਖਾਂ ਦਾ ਲਾਲਚ ਨਾ ਕੀਤਾ ਅਤੇ ਨਾ ਹੀ ਮਾਣ ਵਡਿਆਈ ਦੀ ਇੱਛਾ ਕੀਤੀ। ਉਹ ਮਸਤ ਮੌਲਾ ਵਾਹਿਗੁਰੂ ਦਾ ਸਿਮਰਨ ਕਰਦਾ ਰਿਹਾ। ਇੱਕ ਦਿਨ ਉਸਨੇ ਇਸ਼ਨਾਨ ਨਾ ਕੀਤਾ। ਤਨ ਦੀ ਐਸੀ ਦਸ਼ਾ ਸੀ ਕਿ ਤਨ ਸਰੋਵਰ ਵਿੱਚੋਂ ਇਸ਼ਨਾਨ ਕਰਨ 'ਤੇ ਵੀ ਰਾਜ਼ੀ ਨਾ ਹੋਇਆ। ਤਾਂ ਅਗਲੇ ਦਿਨ ਸਾਧੂ ਨੇ ਤਨ ਨੂੰ ਸਜ਼ਾ ਦਿੱਤੀ, ਗੋਦੜੀ ਪਾਣੀ ਨਾਲ ਭਿਉਂ ਕੇ ਉੱਤੇ ਲੈ ਛੱਡੀ। ਐਸੇ ਸਾਧੂ ਦੇ ਜੀਵਨ ਨੂੰ ਦੇਖ ਕੇ ਸਾਰੇ ਦੇਵਤਿਆਂ ਨੇ ਉਸ ਦਾ ਮੰਗਲਾਚਰਨ ਕੀਤਾ। ਪ੍ਰਭੂ ਨੇ ਉਸ ਨੂੰ ਤੇ ਉਸ ਨਗਰ ਦੇ ਸਾਰੇ ਵਾਸੀਆਂ ਨੂੰ ਸਵਰਗਪੁਰੀ ਵਿੱਚ ਥਾਂ ਦਿੱਤੀ। ਇਸ ਤਰ੍ਹਾਂ ਸਾਰੀ ਕਥਾ ਸੁਣਾ ਕੇ ਸਤਿਗੁਰੂ ਜੀ ਨੇ ਨੰਦ ਸਿੰਘ ਨੂੰ ਸੰਬੋਧਨ ਕਰਕੇ ਆਖਿਆ, ਕਿਉਂ ਭੁਜੰਗੀ, ਜੇਕਰ ਸਾਧੂ ਬਣਨਾ ਹੈ ਤਾਂ ਐਸਾ ਬਣਨਾ ਪਵੇਗਾ। ਇਹ ਨਹੀਂ ਕਿ ਸਾਧੂ ਸਿਮਰਨ ਕਰਨ ਦੀ ਤਾਂ ਚਿੱਪੀ ਫੜ ਕੇ ਗ੍ਰਸਤੀਆਂ ਦੇ ਘਰਾਂ ਅੱਗੇ ਜਾ ਕੇ ਭਿੱਖਿਆ ਮੰਗੇ, ਕਿਸੇ ਦੇ ਬਾਲ ਨੂੰ ਝਿੜਕੇ ਤੇ ਜੇ ਕੋਈ ਖੈਰ ਨਾ ਪਾਵੇ ਤਾਂ ਉਸ ਨੂੰ ਸਰਾਪ ਦੇਵੇ। ਸਾਧ ਨੂੰ ਸਬਰ ਸੰਤੋਖ ਰੱਖਣਾ ਚਾਹੀਦਾ ਹੈ। ਇਸ ਦੇ ਪਿੱਛੋਂ ਸਤਿਗੁਰੂ ਜੀ ਨੇ ਗ੍ਰਸਤ ਧਰਮ ਦੀ ਮਹਾਨਤਾ ਪ੍ਰਗਟ ਕਰਨ ਵਾਲੀਆਂ ਸਾਖੀਆਂ ਸੁਣਾਈਆਂ, ਜਿਨ੍ਹਾਂ ਨੂੰ ਸੁਣ ਕੇ ਸੱਚੇ ਸਿੱਖ ਗੁਰੂ ਜੀ ਦਾ ਜਸ ਕਰਨ ਲੱਗ ਪਏ। ਉਹਨਾਂ ਸਾਖੀਆਂ ਵਿੱਚੋਂ ਇੱਕ ਸਾਖੀ ਇਹ ਸੀ ਕਿ ਇੱਕ ਚਣਕ ਰਿਖੀ ਹੋਇਆ ਹੈ। ਇਹ ਪ੍ਰਾਚੀਨ ਭਾਰਤ ਵਿੱਚ ਰਹਿੰਦਾ ਸੀ ਤੇ ਗੰਗਾ ਦੇ ਕਿਨਾਰੇ ਆਪਣੇ ਇਸਤਰੀ, ਪੁੱਤਰ ਤੇ ਨੂੰਹ ਸਮੇਤ ਘੋਰ ਤਪੱਸਿਆ ਕਰਿਆ ਕਰਦਾ ਸੀ। ਉਹ ਚਾਰੇ ਜੀ ਸਨ। ਜੋ ਕੁਝ ਖਾਣ ਵਾਸਤੇ ਸਾਰਾ ਦਿਨ ਇਕੱਤਰ ਕਰਦੇ, ਉਸਦੇ 5 ਹਿੱਸੇ ਬਣਾ ਲੈਂਦੇ। ਇੱਕ ਇੱਕ ਹਿੱਸਾ ਵੰਡ ਕੇ ਚਾਰੇ ਹਿੱਸੇ ਤਾਂ ਸਾਰੇ ਜੀ ਖਾ ਜਾਂਦੇ, ਪਰ ਬਾਕੀ ਦਾ 5ਵਾਂ ਹਿੱਸਾ ਕਿਸੇ ਅਭਿਆਗਤ ਨੂੰ ਖਵਾ ਛੱਡਦੇ। ਸਾਰਾ ਸਮਾਂ ਭਗਵਾਨ ਦਾ ਸਿਮਰਨ ਕਰਦੇ ਰਹਿੰਦੇ। ਇੱਕ ਦਿਨ ਭਗਵਾਨ ਨੇ ਉਹਨਾਂ ਦੀ ਪ੍ਰੀਖਿਆ ਕਰਨੀ ਚਾਹੀ। ਉਹ ਆਪ ਤਾਂ ਨਾ ਆਏ, ਸਗੋਂ ਨਾਰਦ ਮੁਨੀ ਨੂੰ ਸਮਝਾ ਕੇ ਤੇ ਆਪਣੀਆਂ ਸ਼ਕਤੀਆਂ ਬਖਸ਼ ਕੇ ਪ੍ਰੀਖਿਆ ਲੈਣ ਵਾਸਤੇ ਭੇਜਿਆ। ਨਾਰਦ ਮੁਨੀ ਇੱਕ ਅਭਿਆਗਤ ਗਰੀਬ ਬ੍ਰਾਹਮਣ ਦਾ ਰੂਪ ਧਾਰ ਕੇ ਚਣਕ ਦੇ ਕੋਲ ਆਇਆ। ਚਣਕ ਜੀ ਨੇ ਆਪਣੇ ਸੁਭਾਅ ਦੇ ਨਿਤ ਕਰਮ ਅਨੁਸਾਰ ਉਸ ਨੂੰ ਪਹਿਲਾਂ 5ਵਾਂ ਹਿੱਸਾ ਦਿੱਤਾ। ਉਹ ਸਾਰਾ ਹਿੱਸਾ ਖਾ ਕੇ ਨਾ ਰੱਜਿਆ। ਫਿਰ ਚਣਕ ਨੇ ਆਪਣਾ ਹਿੱਸਾ ਦਿੱਤਾ। ਉਹ ਉਸ ਹਿੱਸੇ ਨੂੰ ਵੀ ਖਾ ਗਿਆ ਤੇ ਅੰਤ ਨੂੰ ਸਾਰੇ ਹਿੱਸੇ ਦਿੱਤੇ। ਨਾਰਦ ਮੁਨੀ ਸਾਰੇ ਹਿੱਸੇ ਚਟਮ ਕਰ ਗਿਆ। ਚਣਕ, ਉਸ ਦੀ ਇਸਤਰੀ, ਪੁੱਤਰ ਤੇ ਨੂੰਹ ਨੇ ਮੱਥੇ ਦੇ ਵੱਟ ਨਹੀਂ ਪਾਇਆ, ਸਗੋਂ ਪ੍ਰਸੰਨ ਰਹੇ। ਅਗਲਾ ਦਿਨ ਹੋਇਆ ਤਾਂ ਉਹਨਾਂ ਦੇ ਖਾਣ ਪੀਣ ਵੇਲੇ ਨਾਰਦ ਮੁਨੀ ਫਿਰ ਆ ਕੇ ਹਾਜ਼ਰ ਹੋ ਗਿਆ। ਉਹ ਫੇਰ 5 ਹਿੱਸੇ ਖਾ ਗਿਆ। ਚਣਕ ਤੇ ਉਸ ਦੇ ਸਾਥੀਆਂ ਨੇ ਗੁੱਸਾ ਨਹੀਂ ਕੀਤਾ। ਇਸ ਤਰ੍ਹਾਂ 5 ਦਿਨ ਭਗਵਾਨ ਨਾਰਦ ਮੁਨੀ ਦੀ ਰਾਹੀਂ ਉਹਨਾਂ ਦੀ ਪ੍ਰੀਖਿਆ ਕਰਦਾ ਰਿਹਾ। ਆਖਿਰ ਭਗਵਾਨ ਨੂੰ ਪਤਾ ਲੱਗ ਗਿਆ ਕਿ ਉਹ ਸਬਰ ਸੰਤੋਖ ਵਾਲਾ ਪਰਿਵਾਰ ਹੈ। ਭਾਵੇਂ ਭਗਵਾਨ 1 ਮਹੀਨਾ ਪ੍ਰੀਖਿਆ ਕਰਦੇ ਰਹਿਣ, ਨਹੀਂ ਡੋਲ ਸਕਦਾ। ਫਿਰ ਭਗਵਾਨ ਨੇ ਚਣਕ ਤੇ ਉਸ ਦੇ ਪਰਿਵਾਰ ਨੂੰ ਦਰਸ਼ਨ ਦੇ ਕੇ ਨਿਹਾਲ ਕੀਤਾ। ਉਹ ਪਰਲੋਕ ਗਮਨ ਕਰਨ ਪਿੱਛੋਂ ਬ੍ਰਹਮਲੋਕ ਵਿੱਚ ਪੁੱਜ ਗਏ। ਇਹ ਕਥਾ ਨੂੰ ਸੁਣ ਕੇ ਸਤਿਗੁਰੂ ਜੀ ਨੇ ਨੰਦ ਸਿੰਘ ਨੂੰ ਸੰਬੋਧਨ ਕਰਕੇ ਹੋਰ ਸੰਗਤਾਂ ਨੂੰ ਵੀ ਆਖਿਆ ਕਿ ਹੇ ਗੁਰਮੁਖ ਜਨੋ, ਸਤਿਗੁਰੂ ਨਾਨਕ ਦੇਵ ਜੀ ਦਾ ਸਿੱਖ ਗ੍ਰਸਤੀ ਹੋਣਾ ਚਾਹੀਦਾ ਹੈ, ਪਰ ਹੋਵੇ ਐਸਾ ਗ੍ਰਸਤੀ ਕਿ ਜਿਸ ਵਿੱਚ ਇਹ ਗੁਣ ਹੋਣੇ ਚਾਹੀਦੇ ਹਨ ਕਿ ਜੇਕਰ ਕਿਸੇ ਟੱਬਰਦਾਰ ਗ੍ਰਸਤੀ ਦੇ ਘਰ ਕੋਈ ਲੋੜਵੰਦ ਆ ਜਾਏ ਤਾਂ ਉਸ ਦੀ ਲੋੜ ਅੰਨ, ਕੱਪੜਾ ਜਾਂ ਮਾਇਆ ਆਦਿਕ ਦੀ ਜੋ ਵੀ ਹੋ ਸਕੇ ਉਹ ਪੂਰੀ ਕਰੇ। ਵਾਹਿਗੁਰੂ ਦਾ ਸਿਮਰਨ ਸਵਾਸ ਕਰੇ, ਸਬਰ ਸੰਤੋਖ ਵਿੱਚ ਰਹੇ, ਨਿੰਦਾ ਚੁਗਲੀ ਨਾ ਕਰੇ, ਝੂਠ ਨਾ ਬੋਲੇ ਅਤੇ ਧਰਮ ਦੀ ਕਿਰਤ ਕਰੇ ਤੇ ਸਮਾਜ ਦੀਆਂ ਰਸਮਾਂ ਪੂਰੀਆਂ ਕਰਦਾ ਹੋਇਆ ਆਪ ਵੀ ਸੁਖੀ ਵਸੇ ਤੇ ਹੋਰਨਾਂ ਨੂੰ ਵੀ ਵਸਣ ਦੇਵੇ। ਜਿਹੜਾ ਐਸਾ ਗ੍ਰਸਤੀ ਹੈ ਉਹ ਕਦੇ ਵੀ ਮਾੜਾ ਨਹੀਂ ਬਣ ਸਕਦਾ। ਵਾਹਿਗੁਰੂ ਉਸ ਦੀ ਕਲਿਆਣ ਕਰਦਾ ਹੈ। ਜਨਮ ਮਰਨ ਦੇ ਸਾਰੇ ਬੰਧਨ ਕੱਟੇ ਜਾਂਦੇ ਹਨ। ਇਸੇ ਕਰਕੇ ਗੁਰੂ ਜੀ ਨੇ ਗ੍ਰਸਤ ਮਾਰਗ ਨੂੰ ਪ੍ਰਧਾਨ ਮਾਰਗ ਦੱਸਿਆ ਹੈ। ਇਸ ਤਰ੍ਹਾਂ ਦਾ ਉਪਦੇਸ਼ ਸੁਣ ਕੇ ਨੰਦ ਸਿੰਘ ਦੀਆਂ ਅੱਖਾਂ ਖੁੱਲ੍ਹ ਗਈਆਂ। ਉਸਨੇ ਝਟਪਟ ਉੱਠ ਕੇ ਸਤਿਗੁਰੂ ਜੀ ਦੇ ਚਰਨਾਂ ਉੱਪਰ ਮੱਥਾ ਟੇਕਿਆ ਤੇ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ, ਦਇਆ ਦੇ ਸਾਗਰ, ਕਲਗੀਆਂ ਵਾਲੇ ਸੱਚੇ ਪਾਤਸ਼ਾਹ, ਮੈਂ ਭੁੱਲਿਆ ਰਿਹਾ ਹਾਂ। ਆਪ ਜੀ ਦੀ ਕਿਰਪਾ ਦ੍ਰਿਸ਼ਟੀ ਨਾਲ
ਮੇਰੇ ਮਨ ਦੇ ਸਾਰੇ ਭਰਮ ਦੂਰ ਹੋ ਗਏ ਹਨ। ਹੁਣ ਮੈਂ ਆਪ ਜੀ ਦੇ ਹੁਕਮ ਨਾਲ ਵਿਆਹ ਕਰਨ ਨੂੰ ਤਿਆਰ ਹਾਂ। ਹੁਣ ਮੈਂ ਵਿਆਹ ਕਰ ਲਵਾਂਗਾ। ਜਦੋਂ ਇਹ ਸ਼ਬਦ ਨੰਦ ਸਿੰਘ ਦੇ ਮਾਂ-ਬਾਪ ਨੇ ਸੁਣੇ ਤਾਂ ਉਹ ਪ੍ਰਸੰਨ ਹੋ ਗਏ। ਉਹਨਾਂ ਨੇ ਉਸੇ ਵੇਲੇ ਕਿਹਾ, ਧੰਨ ਧੰਨ ਸੱਚੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਧੰਨ ਧੰਨ ਸਤਿਗੁਰੂ ਜੀ, ਧੰਨ ਧੰਨ ਸਤਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।